ਜਲੰਧਰ ਸ਼ਹਿਰ ਦੇ ਵਿੱਚ ਨਾਰਥ ਇੰਡੀਆ ਦਾ ਪਹਿਲਾ ਹਾਈ ਟੈਕਨੋਲੋਜੀ ਦੇ ਨਾਲ ਐਥਲੈਟਿਕ ਟਰੈਕ ਤਿਆਰ ਕੀਤਾ ਜਾ ਰਿਹਾ ਹੈ। ਮਲੇਸ਼ੀਆ ਅਤੇ ਜਰਮਨ ਵਰਗੇ ਦੇਸ਼ਾਂ ਦੀ ਟੈਕਨੋਲੋਜੀ ਦੇ ਨਾਲ ਇਹ ਟਰੈਕ ਤਿਆਰ ਹੋ ਰਿਹਾ ਤਾਂ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ ਸੁਵਿਧਾ ਦਿੱਤੀ ਜਾ ਸਕੇ। ਇਹ ਟਰੈਕ ਦੀ ਖਾਸੀਅਤ ਦੱਸੋ ਕਿ ਖਾਸੀਅਤ ਕੀ ਹੈਗੀ ਆ, ਕੀ ਖਿਡਾਰੀਆਂ ਨੂੰ ਫਾਇਦਾ ਹੋਵੇਗਾ ਇਹਦਾ? ਇਹ 'ਚ ਸਮਾਰਟ ਟਰੈਕ ਦੀ ਵੀ ਫੈਸਿਲਿਟੀ ਸਾਨੂੰ ਮਿਲੇਗੀ ਕਿ ਜਿਹਦੇ ਵਿੱਚ ਕੁਝ ਡਿਵਾਈਸ ਇਦਾਂ ਦੇ ਲਗਾ ਦਿੱਤੇ ਜਾਣਗੇ ਕਿ ਜਿਹਦੇ ਨਾਲ ਕਿ ਟਾਈਮਿੰਗ ਤੁਹਾਡੇ ਜੋ ਹੋਊਗੇ ਉਹ ਬਿਲਕੁਲ ਪਰਫੈਕਟ ਆਉਣਗੇ। ਕਿ ਮੈਡਲਿਸਟ ਹੀ ਹੁੰਦੇ। ਇਹ ਦੁੱਖ ਤਾਂ ਜ਼ਿਆਦਾ ਤੁਸੀਂ ਮਿਲਖਾ ਸਿੰਘ ਨੂੰ ਪੁੱਛੋ ਜਾਂ ਪੀਟੀ ਊਸ਼ਾ ਨੂੰ ਪੁੱਛੋ ਜਿਹੜੇ ਚੌਥੇ ਰਹਿ ਗਏ 100ਵੇਂ ਹਿੱਸੇ ਦੇ ਨਾਲ, 1 ਸੈਕਿੰਡ ਦੇ 100ਵੇਂ ਹਿੱਸੇ ਦੇ ਨਾਲ। ਸਾਨੂੰ ਜਿੱਥੇ ਮੈਡਲ ਜਿੱਤਣਾ ਉਹਨਾਂ ਜ਼ਰੂਰੀ ਨਹੀਂ ਜਿੱਥੇ ਸਾਡੇ ਬੱਚਿਆਂ ਦਾ ਖੇਡਣਾ ਜ਼ਰੂਰੀ ਆ। ਕਿਉਂਕਿ ਜੇ ਅਸੀਂ ਦੇਖਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜੋ ਪੈਰਾਮੀਟਰ ਸੀ ਮਿਲਟਰੀ ਫੋਰਸ ਦੇ ਜਾਂ ਫੋਰਸਿਸ ਦੇ ਉਹਨਾਂ ਨੂੰ ਮਤਲਬ ਉਹਨਾਂ ਦੇ ਵਿੱਚ ਰਿਲੈਕਸੇਸ਼ਨ ਦੇਣੀ ਪਈ ਕਿਉਂਕਿ ਇਹਦਾ ਮਤਲਬ ਸਾਡਾ ਸਤਰ ਡਿੱਗਦਾ ਜਾ ਰਿਹਾ ਹੈ ਨਾ। ਕੰਟਰੀਆਂ ਦੇ ਵਿੱਚ ਤੁਸੀਂ ਕੰਪੀਟੀਸ਼ਨ ਲੜਾਉਣ ਦੇ ਲਈ ਬੱਚਿਆਂ ਨੂੰ ਲੈ ਕੇ ਗਏ ਤਾਂ ਸਭ ਤੋਂ ਵੱਡੀ ਦਿੱਕਤ ਕੀ ਹੁੰਦੀ ਸੀਗੀ ਬੱਚਿਆਂ ਨੂੰ? ਤੁਸੀਂ ਮਿੱਟੀ 'ਚ ਜਾਂ ਘਾਹ ਦੇ ਵਿੱਚ ਟ੍ਰੇਨਿੰਗ ਕਰਕੇ ਜਾਂਦੇ ਤੇ ਜਦੋਂ ਤੁਸੀਂ ਉੱਥੇ ਪਹਿਲਾ ਰਾਊਂਡ ਭੱਜਦੇ ਜਾਂ ਦੂਜਾ ਰਾਊਂਡ ਭੱਜਦੇ ਤੁਹਾਡੇ ਮਸਲ ਦੇ ਵਿੱਚ ਅਲੱਗ ਤਰ੍ਹਾਂ ਦੀ ਸਟਿਫਨੈਸ ਆ ਜਾਂਦੀ ਜਿਹਨੂੰ ਤੁਸੀਂ ਨਾਰਮਲ ਤੌਰ ਤੇ ਖੱਲੀਆਂ ਵੀ ਕਹਿ ਦਿੰਦੇ ਆ ਕਿ ਅਲੱਗ ਤਰ੍ਹਾਂ ਦੀਆਂ ਪੈ ਜਾਂਦੀਆਂ ਤੇ ਉਹਦੇ ਨਾਲ ਫਿਰ ਐਥਲੀਟ ਜਦੋਂ ਤੱਕ ਫਾਈਨਲ 'ਚ ਪਹੁੰਚਦਾ ਜਾਂ ਸੈਮੀ ਫਾਈਨਲ 'ਚ ਪਹੁੰਚਦਾ ਉਹ ਪਰਫਾਰਮੈਂਸ ਨਹੀਂ ਦੇ ਪਾਉਂਦਾ। ਜਲੰਧਰ ਸ਼ਹਿਰ ਦੇ ਵਿੱਚ ਨਾਰਥ ਇੰਡੀਆ ਦਾ ਪਹਿਲਾ ਹਾਈ ਟੈਕਨੋਲੋਜੀ ਦੇ ਨਾਲ ਐਥਲੈਟਿਕ ਟਰੈਕ ਤਿਆਰ ਕੀਤਾ ਜਾ ਰਿਹਾ ਹੈ। ਮਲੇਸ਼ੀਆ ਅਤੇ ਜਰਮਨ ਵਰਗੇ ਦੇਸ਼ਾਂ ਦੀ ਟੈਕਨੋਲੋਜੀ ਦੇ ਨਾਲ ਇਹ ਟਰੈਕ ਤਿਆਰ ਹੋ ਰਿਹਾ ਤਾਂ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ ਸੁਵਿਧਾ ਦਿੱਤੀ ਜਾ ਸਕੇ। ਇਸ ਸਮੇਂ ਅਸੀਂ ਜਲੰਧਰ ਦੇ ਸਪੋਰਟਸ ਕਾਲਜ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇਹ ਟਰੈਕ ਤਿਆਰ ਹੋ ਰਿਹਾ। ਬੇਹੱਦ ਹਾਈ ਟੈਕਨੋਲੋਜੀ ਇਸ ਟਰੈਕ ਦੇ ਵਿੱਚ ਯੂਜ਼ ਕੀਤੀ ਜਾ ਰਹੀ ਹੈ। ਕੁਝ ਹੀ ਦਿਨਾਂ ਦੇ ਵਿੱਚ ਇਹ ਟਰੈਕ ਤਿਆਰ ਹੋ ਜਾਏਗਾ। ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਟਰੈਕ ਬਣਾਇਆ ਜਾਵੇ ਜਿਹਦੇ ਉੱਪਰ ਖਿਡਾਰੀ ਵਧੀਆ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਸਕਣ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਟਰੈਕ ਤਿਆਰ ਹੋ ਜਾਏਗਾ ਤੇ ਇਸ ਟਰੈਕ ਤੇ ਖਿਡਾਰੀ ਤੁਹਾਨੂੰ ਦੌੜਦੇ ਨਜ਼ਰ ਆਉਣਗੇ। ਇਹਦੇ ਵਿੱਚ ਕੀ ਖਾਸੀਅਤ ਹੈਗੀ ਹੈ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕੋਚ ਮੌਜੂਦ ਹੈਗੇ ਨੇ। ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿਹੜੀ ਟੈਕਨੋਲੋਜੀ ਇਹਦੇ ਵਿੱਚ ਯੂਜ਼ ਹੋਈ ਹੈ, ਖਿਡਾਰੀਆਂ ਨੂੰ ਕੀ ਫਾਇਦਾ ਹੋਵੇਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਹੁੰਦੀ ਹੈ ਕਿ ਪੰਜਾਬ ਦੇ ਖਿਡਾਰੀ ਉਸ ਤਰੀਕੇ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਪਰ ਖਿਡਾਰੀਆਂ ਦਾ ਇਹ ਤਰਕ ਹੁੰਦਾ ਸੀਗਾ ਕਿ ਸਾਨੂੰ ਪ੍ਰੈਕਟਿਸ ਕਰਨ ਦੇ ਲਈ ਵਧੀਆ ਸਟੇਡੀਅਮ ਮੁਹੱਈਆ ਨਹੀਂ ਕਰਵਾਏ ਜਾ ਰਹੇ। ਤਾਂ ਇਹ ਟਰੈਕ ਦੇ ਬਣਨ ਦੇ ਨਾਲ ਕਿੰਨਾ ਕੁ ਖਿਡਾਰੀਆਂ ਨੂੰ ਫਾਇਦਾ ਹੋਵੇਗਾ ਗੱਲਬਾਤ ਕਰਦੇ ਹਾਂ। ਮੇਰੇ ਨਾਲ ਹੈਪੀ ਕੋਚ ਮੌਜੂਦ ਹੈਗੇ ਨੇ। ਕੋਚ ਸਾਹਿਬ ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਬਹੁਤ ਬਹੁਤ ਥੈਂਕ ਯੂ ਟੀਵੀ ਪੰਜਾਬ। ਅੱਛਾ, ਸਭ ਤੋਂ ਪਹਿਲਾਂ ਤਾਂ ਇਹ ਟਰੈਕ ਦੀ ਖਾਸੀਅਤ ਦੱਸੋ ਕਿ ਖਾਸੀਅਤ ਕੀ ਹੈਗੀ ਆ, ਕੀ ਖਿਡਾਰੀਆਂ ਨੂੰ ਫਾਇਦਾ ਹੋਵੇਗਾ ਇਹਦਾ? ਇਹ ਜਿਹੜੇ ਪੋਲੀਯੂਥਰੀਨ ਆ ਨਾ ਇਹਦੇ ਤਿੰਨੋਂ ਹੀ ਜਿਹੜੀਆਂ ਲੇਅਰਾਂ ਆ ਨਾ ਉਹਦੀਆਂ ਪੈ ਰਹੀਆਂ। ਇਹ 15 mm ਤੱਕ ਟਰੈਕ ਬਣਦਾ ਆ। ਜਿਹੜੀਆਂ ਪਹਿਲੇ ਥੱਲੇ ਲੇਅਰ ਪਾਉਂਦੇ ਹੁੰਦੇ ਸੀ ਨਾ ਉਹ ਬਲੈਕ ਦੀਆਂ ਪੈ ਜਾਂਦੀਆਂ ਸੀ ਜਿਹੜਾ ਥੋੜੀ ਮਾੜੀ ਰਬੜ ਹੁੰਦੀ ਸੀ ਪਰ ਉੱਪਰ ਆ ਕੇ ਸਹੀ ਪਾ ਜਾਂਦੇ ਸੀ ਜਾਂ ਸੈਂਡਵਿਚ ਬਣਾ ਦਿੰਦੇ ਸੀ, ਥੱਲੇ ਹੋਰ ਪਾ ਦਿੰਦੇ ਸੀ, ਵਿੱਚ ਕੋਈ ਮਾੜੀ ਲੇਅਰ ਪਾਤੀ ਉੱਪਰ ਫਿਰ ਠੀਕ ਬਣਾਤਾ ਕਿ ਉੱਪਰ ਦੇਖਣ ਨੂੰ ਤਾਂ ਠੀਕ ਲੱਗਦਾ ਸੀ ਪਰ ਉਹਦਾ ਸਹੀ ਬੱਚਿਆਂ ਨੂੰ ਉਹ ਫਾਇਦਾ ਨਹੀਂ ਮਿਲਦਾ ਸੀ। ਤੇ ਇਹਦੇ ਵਿੱਚ ਤਿੰਨੋਂ ਲਹਿਰਾਂ ਜਿਹੜੀਆਂ ਲੇਅਰਾਂ ਪਾਈਆਂ ਆ ਉਹ ਇਹ ਜਿਹੜਾ ਉੱਪਰ ਤੁਹਾਨੂੰ ਮਟੀਰੀਅਲ ਦਿਸ ਰਿਹਾ ਇਹਦੀਆਂ ਹੀ ਆ ਤੇ ਇਹਦੇ ਵਿੱਚ ਬਹੁਤ ਐਡਵਾਂਟੇਜ ਮਿਲੂਗਾ ਐਥਲੀਟਾਂ ਨੂੰ। ਜਿੱਦਾਂ ਕਿ ਪਹਿਲੇ ਜਿਹੜਾ ਟਰੈਕ ਲੱਗਾ ਸੀ 96 ਦਾ ਲੱਗਾ ਹੋਇਆ ਸੀ, ਇਹ ਬਹੁਤ ਦੇਰ ਦਾ ਆਊਟਡੇਟਡ ਹੋ ਚੁੱਕਾ ਸੀ ਤੇ ਮੈਨੂੰ ਲੱਗਦਾ ਉਹਦੀ 2-3 mm ਰਹਿ ਗਈ ਹੋਣੀ ਆ ਤੇ ਕਿੱਥੇ 15 mm ਦੇ ਵਿੱਚ ਭੱਜਣਾ। ਜਦੋਂ ਤੁਸੀਂ ਨੇਲ ਪਾਏ ਹੁੰਦੇ ਸਪਾਈਸ ਉਹ ਥੱਲੇ ਟੱਚ ਹੁੰਦੇ ਸੀ, ਇੰਜਰੀ ਆਉਂਦੀ ਸੀ। ਬੜੇ ਐਥਲੀਟਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਇੰਜਰੀ ਨੇ ਉਹਨਾਂ ਦੀ ਸਪੋਰਟਸ ਨੂੰ ਛੁਡਵਾ ਦਿੱਤਾ ਜਾਂ ਉਹਨਾਂ ਦੀ ਪਰਫਾਰਮੈਂਸ ਨਹੀਂ ਹੋਣ ਦਿੱਤੀ ਤੇ ਬੜਾ ਐਥਲੀਟਾਂ ਨੇ ਬਾਰ-ਬਾਰ ਕਹਿਣ ਦੇ ਉੱਤੇ ਹੁਣ ਸਰਕਾਰ ਇਹ ਟਰੈਕ ਤਿਆਰ ਤਾਂ ਲਗਭਗ ਹੋ ਗਿਆ ਆ। ਬਸ ਇਹਦੀਆਂ ਮੈਨੂੰ ਲੱਗਦਾ ਲਾਈਨਿੰਗ ਰਹਿ ਗਈਆਂ ਤੇ ਜਲਦੀ ਸਾਨੂੰ ਮਿਲੇਗਾ। ਤੇ ਏਸ਼ੀਅਨ ਗੇਮਸ ਵੀ ਜਿਹੜੀਆਂ ਸੀ ਇਸ ਸਾਲ ਹੋਣੀਆਂ ਸੀ ਉਹ ਵੀ ਲੇਟ ਹੋ ਗਈਆਂ ਤੇ ਸ਼ਾਇਦ ਇਹਦੇ ਨਾਲ ਹੋਰ ਸਾਨੂੰ ਬੈਨੀਫਿਟ ਮਿਲੇ ਕਿਉਂਕਿ ਇਸ ਟਰੈਕ ਨੂੰ ਦੇ ਵਿੱਚੋਂ ਬਹੁਤ ਸਾਰੇ ਸਾਡੇ ਏਸ਼ੀਅਨ ਗੇਮ, ਕਾਮਨਵੈਲਥ ਤੇ ਓਲੰਪਿਕ ਦੇ ਵੀ ਫਾਈਨਲਿਸਟ ਇੱਥੋਂ ਪੈਦਾ ਹੋਇਆ ਇਸ ਟਰੈਕ ਦੇ ਉੱਤੋਂ ਕਿਉਂਕਿ ਇਹ ਏਸ਼ੀਆ ਦਾ ਪਹਿਲਾ ਸਪੋਰਟਸ ਸਕੂਲ ਸੀਗਾ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਧਰੋਹਰ ਤੁਸੀਂ ਸਾਂਭ ਕੇ ਰੱਖਦੇ ਆ ਤੇ ਧਰੋਹਰ ਦੇ ਵਿੱਚ ਨਵੀਆਂ ਜਿੱਦਾਂ ਟੈਕਨੋਲੋਜੀ ਆਈ ਜਾਂਦੀ। ਜਦੋਂ ਅਸੀਂ ਖੇਡਦੇ ਹੁੰਦੇ ਸੀ ਇੱਥੇ ਕੱਚੇ ਟਰੈਕ ਹੁੰਦੇ ਸੀ ਹਨਾ ਤੇ ਪਰ ਉਦੋਂ ਹੀ ਉਹੀ ਬਹੁਤ ਵਧੀਆ ਮੇਨਟੇਨ ਕਰਕੇ ਰੱਖੇ ਜਾਂਦੇ ਸੀ ਪਰ ਇਹ ਹੁੰਦਾ ਸੀ ਕਿ ਅਸੀਂ ਨੈਸ਼ਨਲ ਤੇ ਵੀ ਉੱਥੇ ਹੀ ਖੇਡਣਾ ਹੁੰਦਾ ਸੀ ਜਾ ਕੇ ਹਨਾ, ਘਾਹ ਤੇ ਜਾਂ ਮਿੱਟੀ ਦੇ ਉੱਤੇ। ਪਰ ਹੁਣ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਮਿੱਟੀ 'ਚ ਜਾਂ ਘਾਹ ਦੇ ਵਿੱਚ ਟ੍ਰੇਨਿੰਗ ਕਰਕੇ ਜਾਂਦੇ ਤੇ ਜਦੋਂ ਤੁਸੀਂ ਉੱਥੇ ਪਹਿਲਾ ਰਾਊਂਡ ਭੱਜਦੇ ਜਾਂ ਦੂਜਾ ਰਾਊਂਡ ਭੱਜਦੇ ਤੁਹਾਡੇ ਮਸਲ ਦੇ ਵਿੱਚ ਅਲੱਗ ਤਰ੍ਹਾਂ ਦੀ ਸਟਿਫਨੈਸ ਆ ਜਾਂਦੀ ਜਿਹਨੂੰ ਤੁਸੀਂ ਨਾਰਮਲ ਤੌਰ ਤੇ ਖੱਲੀਆਂ ਵੀ ਕਹਿ ਦਿੰਦੇ ਆ ਕਿ ਅਲੱਗ ਤਰ੍ਹਾਂ ਦੀਆਂ ਪੈ ਜਾਂਦੀਆਂ ਤੇ ਉਹਦੇ ਨਾਲ ਫਿਰ ਐਥਲੀਟ ਜਦੋਂ ਤੱਕ ਫਾਈਨਲ 'ਚ ਪਹੁੰਚਦਾ ਜਾਂ ਸੈਮੀ ਫਾਈਨਲ 'ਚ ਪਹੁੰਚਦਾ ਉਹ ਪਰਫਾਰਮੈਂਸ ਨਹੀਂ ਦੇ ਪਾਉਂਦਾ। ਤੇ ਦੂਸਰੀ ਗੱਲ ਇਹਦੇ ਨਾਲ
ਇਹ 'ਚ ਸਮਾਰਟ ਟਰੈਕ ਦੀ ਵੀ ਫੈਸਿਲਿਟੀ ਸਾਨੂੰ ਮਿਲੇਗੀ ਕਿ ਜਿਹਦੇ ਵਿੱਚ ਕੁਝ ਡਿਵਾਈਸ ਇਦਾਂ ਦੇ ਲਗਾ ਦਿੱਤੇ ਜਾਣਗੇ ਕਿ ਜਿਹਦੇ ਨਾਲ ਕਿ ਟਾਈਮਿੰਗ ਤੁਹਾਡੇ ਜੋ ਹੋਊਗੇ ਉਹ ਬਿਲਕੁਲ ਪਰਫੈਕਟ ਆਉਣਗੇ। ਤੇ ਜਿੱਦਾਂ ਕਈ ਵਾਰੀ ਹੈਂਡ ਵਾਚ ਤੇ ਅਸੀਂ ਘੜੀ ਤੇ ਟਾਈਮ ਲੈਂਦੇ ਆ, ਕਈ ਵਾਰੀ ਹਾਂ ਸੈਕਿੰਡ ਕੀ ਦੇਖੋ ਮਾਈਕਰੋ ਸੈਕਿੰਡਾਂ ਦੀ ਖੇਡ ਆ ਸਾਡੀ। ਕਿ ਦੂਸਰੀ ਗੱਲ ਆ ਕਿ ਜਦੋਂ ਕੋਈ ਸਿਲੈਕਸ਼ਨ ਹੋਊਗੀ ਜਾਂ ਕੁਝ ਵੀ ਹੋਊ ਉਹਦੇ ਵਿੱਚ ਉਹ ਹੈਂਡ ਵਾਚ ਤੇ ਜੇ ਕਿਸੇ ਨੇ ਥੋੜਾ ਬਹੁਤਾ ਉਰੇ ਕਰਤਾ ਪਰੇ ਕਰਤਾ ਉਹਦੇ ਨਾਲ ਹੀ ਜ਼ਮੀਨ ਤੇ ਅਸਮਾਨ ਦਾ ਫਰਕ ਪੈ ਜਾਂਦਾ। ਪਰ ਜਦੋਂ ਇਹ ਡਿਵਾਈਸ ਤੁਹਾਡੇ ਟੈਕਨੋਲੋਜੀ ਦੇ ਹਿਸਾਬ ਨਾਲ ਲੱਗ ਜਾਣਗੇ ਤੇ ਜੋ ਮਸ਼ੀਨ ਦੱਸੇਗੀ ਜਾਂ ਤੁਹਾਡੇ ਮੋਬਾਈਲ ਤੇ ਜਦੋਂ ਆ ਜਾਏਗਾ ਕਿ ਟਾਈਮ ਕੀ ਆ ਕਈ, ਤੇ ਉਹਦੇ ਨਾਲ ਸਾਨੂੰ ਸਹੀ ਟੈਲੈਂਟ ਚੂਜ਼ ਕਰਨ ਦੇ ਵਿੱਚ ਵੀ ਬਹੁਤ ਹੈਲਪ ਮਿਲੇਗੀ। ਅੱਛਾ ਕੋਚ ਸਾਹਿਬ, ਤੁਹਾਡੇ ਕੋਲ ਕਿਹੜੀ ਗੇਮ ਹੈਗੀ, ਕਿਹੜੀ ਗੇਮ ਦੀ ਟ੍ਰੇਨਿੰਗ ਦਿੰਦੇ ਹੋ ਤੁਸੀਂ? ਮੇਰੇ ਕੋਲ ਸਪ੍ਰਿੰਟ ਤੇ ਮਿਡਲ ਡਿਸਟੈਂਸ ਆ। ਮਿਡਲ ਡਿਸਟੈਂਸ ਦੇ ਵਿੱਚ ਮਨਜੀਤ ਸਿੰਘ ਜਿਹੜਾ ਪਿਛਲੇ 2018 ਦੇ ਵਿੱਚ ਏਸ਼ੀਅਨ ਗੇਮ ਦਾ 골ਡ ਮੈਡਲਿਸਟ ਸੀ, ਉਹ ਮੇਰਾ ਸਟੂਡੈਂਟ ਸੀਗਾ। ਉਸ ਤੋਂ ਇਲਾਵਾ ਹੁਣ ਵੀ 800 ਦੇ ਵਿੱਚ ਕੁੜੀ ਸੈਕਿੰਡ ਆਈ ਆ ਤੇ ਇਸ ਟਾਈਮ ਉਹ ਏਸ਼ੀਆ ਦੀ 3rd ਰੈਂਕਿੰਗ ਤੇ ਚੱਲ ਰਹੀ ਆ ਸੀਨੀਅਰ ਦੇ ਵਿੱਚੋਂ। ਤੇ ਉਸ ਤੋਂ ਇਲਾਵਾ ਮੇਰੇ ਕੋਲ ਸਪ੍ਰਿੰਟ ਆ। ਸਪ੍ਰਿੰਟ ਇੰਡੀਅਨ ਟੀਮ ਜਿਹੜੀ ਸਾਊਥ ਏਸ਼ੀਅਨ ਗੇਮਸ ਹੋਈਆਂ ਸੀ ਉਹਦੇ ਵਿੱਚੋਂ ਇੰਡੀਆ ਦੇ ਜਿਹੜੇ 5 ਖਿਡਾਰੀ ਚੁਣੇ ਗਏ ਸੀ, 5 ਚੋਂ 3 ਮੇਰੇ ਸੀਗੇ। ਪਰ ਸਾਨੂੰ ਇਹਦੇ ਲਈ ਬੜਾ ਜਦੋਜਹਿਦ ਕਰਨੀ ਪੈਂਦੀ ਸੀ ਕਿ ਮੇਰੇ ਕੋਲ ਅਰਟਿਗਾ ਕਾਰ ਸੀ, ਮੈਂ ਕਈ ਵਾਰੀ ਪਿੱਛੇ ਉਹਦੇ ਬਿਸਤਰੇ ਲਾ ਦੇਣੇ ਤੇ ਕਦੀ ਤਰਨ ਤਾਰਨ ਜਾਣਾ ਤੇ ਕਦੀ, ਕਿਉਂਕਿ ਜੇ ਤੁਸੀਂ ਬੈਠ ਕੇ ਤਰਨ ਤਾਰਨ ਜਾਂਦੇ ਆ ਜਾਂ ਤੁਸੀਂ ਬੱਸ 'ਚ ਬਹਿ ਕੇ ਜਾਂਦੇ ਆ ਤਾਂ ਤੁਹਾਨੂੰ ਫਟੀਕ ਇੰਨੀ ਹੋ ਜਾਂਦੀ ਆ ਕਿ ਤੁਸੀਂ ਉਹ ਸਪ੍ਰਿੰਟ, ਖਾਸ ਕਰਕੇ ਸਪ੍ਰਿੰਟ ਇਦਾਂ ਦੀ ਚੀਜ਼ ਆ ਕਿ ਜਿਹੜੀ ਇੱਕਦਮ ਕੁਇਕ એનર્ਜੀ ਚਾਹੀਦੀ। ਤੇ ਜਦੋਂ ਤੁਸੀਂ ਥੱਕੇ ਹੁੰਦੇ ਹੋ ਤਾਂ ਕੁਇਕ એનર્ਜੀ ਨਹੀਂ ਮਿਲਦੀ। ਤੇ ਅਸੀਂ ਇੱਥੋਂ ਖਾਣਾ ਖਾ ਕੇ ਨਾਲ ਪੈਕ ਕਰਕੇ ਲੈ ਕੇ ਜਾਣਾ ਕਿ 1.5-2 ਘੰਟੇ 'ਚ ਉੱਥੇ ਪਹੁੰਚਣਾ ਤੇ ਉੱਥੇ ਜਦੋਂ ਟ੍ਰੇਨਿੰਗ ਕਰਨੀ ਫਿਰ ਖਾਣਾ ਖਾ ਕੇ ਫਿਰ ਉੱਥੋਂ ਤੁਰਨਾ। ਤੇ ਉਹਦੇ ਨਾਲ ਇੱਕ ਤਾਂ ਜਿਹੜਾ ਤੁਸੀਂ ਖੁਰਾਕ ਤੇ ਖਰਚਾ ਕਰਨਾ ਹੁੰਦਾ ਸੀ ਉਹ ਤੁਹਾਡਾ ਡੀਜ਼ਲ ਜਾਂ ਪੈਟਰੋਲ ਤੇ ਹੋ ਜਾਂਦਾ ਸੀ, ਕਿਉਂਕਿ ਇਹ ਦੁਆਬੇ ਦਾ ਇੱਕੋ ਇੱਕ ਟਰੈਕ ਆ ਜੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਦੁਆਬੇ ਦੇ ਵਿੱਚ ਸਿਰਫ ਇਹੀ ਸਪੋਰਟਸ ਸਕੂਲ ਦਾ ਟਰੈਕ ਆ। ਜਿਹਨੇ ਨਵੇਂ ਸ਼ਹਿਰ ਤੋਂ ਆਉਣਾ ਉਹਨੇ ਵੀ ਇੱਥੇ ਆਉਣਾ, ਜਿਹਨੇ ਅੰਮ੍ਰਿਤਸਰ ਆਉਣਾ ਉਹਨੇ ਵੀ ਆਉਣਾ। ਕਈ ਵਾਰੀ ਤਰਨ ਤਾਰਨ ਨਹੀਂ ਜਾਂਦੇ। ਤੇ ਉਸ ਤੋਂ ਇਲਾਵਾ ਤੁਸੀਂ ਫਗਵਾੜਾ ਲਾ ਲਓ, ਹੁਸ਼ਿਆਰਪੁਰ ਲਾ ਲਓ, ਜਿੱਥੇ ਮਰਜੀ। ਮੇਰਾ ਤਾਂ ਇਹ ਕਹਿਣਾ ਹੈ ਕਿ ਇਦਾਂ ਦੇ ਟਰੈਕ ਤਾਂ ਮਤਲਬ ਹੋਣੇ ਚਾਹੀਦੇ, ਬਹੁਤ ਸਾਰੇ ਹੋਣੇ। ਟਰੈਕ ਜਿੱਦਾਂ ਤੁਸੀਂ ਦੱਸਿਆ ਕਿ ਦੁਆਬੇ ਦਾ ਹੈ, ਮੈਨੂੰ ਲੱਗਦਾ ਕਿ ਇਦਾਂ ਦੇ ਟਰੈਕ ਮੈਨੂੰ ਲੱਗਦਾ ਕਿ ਨਹੀਂ ਬਣਿਆ ਹੋਣਾ। ਟਰੈਕ ਜ਼ਰੂਰ ਹੋਣੇ ਪਰ ਮੈਨੂੰ ਲੱਗਦਾ ਜਿੰਨੀ ਟੈਕਨੋਲੋਜੀ ਇਹਦੇ 'ਚ ਯੂਜ਼ ਕਰਤੀ ਮੈਨੂੰ ਲੱਗਦਾ ਨਹੀਂ ਪੰਜਾਬ 'ਚ ਹੋਣੀ। ਨਹੀਂ ਪੰਜਾਬ 'ਚ ਤਾਂ ਨਹੀਂ, ਹਾਲਾਂਕਿ ਨਾਰਥ ਦੇ ਵਿੱਚ ਵੀ ਸਾਨੂੰ ਇਦਾਂ ਦਾ ਟਰੈਕ ਹਜੇ ਜਿਹੜੀ ਟੈਕਨੋਲੋਜੀ ਵਾਲਾ ਨਹੀਂ। ਇਹ ਪਹਿਲਾ ਟਰੈਕ ਆ ਜਿਹਦੇ ਵਿੱਚ ਤਿੰਨੋਂ ਲਹਿਰਾਂ ਵੀ ਇਹੀ ਪਈਆਂ ਆ। ਤੇ ਇਹ ਤਾਂ ਮੇਰਾ ਤਾਂ ਮੰਨਣਾ ਆ ਕਿ ਇੱਕ ਦੋ ਲਾਈਨਾਂ ਮੈਂ ਕਹਿੰਦਾ ਥੋੜੀ ਦੂਰ ਤੱਕ ਪਵਾਈ ਦੇਣੀ ਚਾਹੀਦੀ, ਕਿਉਂਕਿ ਜੋ ਜਦੋਜਹਿਦ ਸਾਨੂੰ ਕਰਨੀ ਪਈ ਨਾ, ਕਿਉਂਕਿ ਇੱਕ ਵਕਤ ਹੁੰਦਾ ਐਥਲੀਟ ਦਾ ਨਾ, ਤੇ ਜਦੋਂ ਟਾਈਮ ਲੰਘ ਜਾਂਦਾ ਤੇ ਉਹਦੇ ਲਈ ਤਾਂ ਟਾਈਮ ਲੰਘ ਜਾਂਦਾ, ਲੱਖਾਂ ਹੋਰ ਹਜ਼ਾਰਾਂ ਐਥਲੀਟ ਆ ਜਾਣਗੇ। ਲੱਗਦਾ ਕਿ ਬਹੁਤ ਸਾਰੇ ਐਥਲੀਟਾਂ ਦਾ ਸਮਾਂ ਲੰਘਿਆ ਹੋਊਗਾ, ਇਹੀ ਉਡੀਕ ਕਰਦੇ ਕਿ ਕਦੋਂ ਇਹ ਟਰੈਕ ਬਣੇਗਾ। ਤੁਸੀਂ ਵੀ ਲੰਬਾ ਸੰਘਰਸ਼ ਕੀਤਾ। ਹਾਂਜੀ, ਗੁਰਿੰਦਰ ਵੀਰ ਨੂੰ ਤੁਹਾਡੇ ਚੈਨਲ ਨੇ ਕਾਫੀ ਕਵਰ ਕੀਤਾ ਤੇ ਬਹੁਤ ਜ਼ਿਆਦਾ ਉਹਨੂੰ ਪ੍ਰਸਿੱਧੀ ਵੀ ਮਿਲੀ ਉਹ ਤੋਂ, ਤੇ ਬਹੁਤ ਜ਼ਿਆਦਾ ਬਾਹਰੋਂ ਵੀ ਲੋਕਾਂ ਨੇ ਫੋਨ ਕੀਤੇ ਕਿ ਹਨਾ, ਮਤਲਬ TV ਪੰਜਾਬ ਨੇ ਉਹਨੂੰ ਕੀਤੀ ਸੀ। ਮੈਨੂੰ ਲੱਗਦਾ ਬਹੁਤ ਸਾਰਾ ਉਹਨੂੰ ਉੱਥੇ ਲੋਕਾਂ ਨੂੰ ਗੁਰਿੰਦਰ ਵੀਰ ਬਾਰੇ ਪਤਾ ਲੱਗਾ। ਤੇ ਗੁਰਿੰਦਰ ਵੀਰ ਨੇ ਜਿੱਥੇ ਉੱਥੇ ਇੰਟਰਸਟੇਟ ਰਿਕਾਰਡ ਕੀਤਾ ਸੀ 10.27 ਦਾ, ਪਰ ਇੰਡੀਆ ਰਿਕਾਰਡ ਸੀ ਜਿਹੜਾ 10.26 ਦਾ ਸੀ। ਦੇਖੋ ਤੁਸੀਂ ਇੱਕ ਮਾਈਕਰੋ ਸੈਕਿੰਡ ਦੇ ਉੱਤੇ ਕਿੱਥੇ ਗੱਲ ਜਾਂਦੀ ਹੈ ਹਨਾ। ਤੇ ਤੁਸੀਂ ਵਰਲਡ ਚੈਂਪੀਅਨਸ਼ਿਪ ਵੀ ਹੁਣ ਚੱਲ ਰਹੀ ਆ, ਤੁਸੀਂ ਦੇਖਦੇ ਪਏ ਆ ਕਿ ਇੱਕ ਮਾਈਕਰੋ ਸੈਕਿੰਡ ਦੇ ਉੱਤੇ ਮੈਡਲ ਖੁੰਝ ਜਾਂਦਾ, ਕਿਉਂਕਿ ਮੈਡਲਿਸਟ ਤਾਂ ਮੈਡਲਿਸਟ ਹੀ ਹੁੰਦੇ। ਇਹ ਦੁੱਖ ਤਾਂ ਜਾਂ ਤਾਂ ਤੁਸੀਂ ਮਿਲਖਾ ਸਿੰਘ ਨੂੰ ਪੁੱਛੋ ਜਾਂ PT ਊਸ਼ਾ ਨੂੰ ਪੁੱਛੋ, ਜਿਹੜੇ ਚੌਥੇ ਰਹਿ ਗਏ 100ਵੇਂ ਹਿੱਸੇ ਦੇ ਨਾਲ, 1 ਸੈਕਿੰਡ ਦੇ 100ਵੇਂ ਹਿੱਸੇ ਦੇ ਨਾਲ। ਇਸ ਕਰਕੇ ਇਹ ਚੀਜ਼ਾਂ ਇੱਥੇ ਹੁੰਦੀਆਂ ਨਹੀਂ ਸੀਗੀਆਂ ਮਾਈਕਰੋ ਸੈਕਿੰਡ ਦੇ ਨਾਲ ਹਨਾ, ਇੱਥੋਂ ਵੀ ਇਹ ਚੀਜ਼ਾਂ ਰਹਿ ਜਾਂਦੀਆਂ ਸੀ, ਅੱਗੇ ਜਾ ਕੇ ਇਹਦਾ ਖਮਿਆਜਾ ਭੁਗਤਣਾ ਪੈਂਦਾ। ਹਾਂਜੀ, ਤੁਸੀਂ ਦੇਖੋ ਮਿਲਖਾ ਸਿੰਘ ਚੌਥਾ ਰਹਿ ਗਿਆ। ਸਾਡੇ ਪੰਜਾਬੀ, ਪੂਰਾ ਪੰਜਾਬੀ ਤਾਂ ਕੀ ਇੰਡੀਆ ਨੂੰ ਇਹ ਅੱਜ ਤੱਕ ਅਫਸੋਸ ਆ। ਮਿਲਖਾ ਸਿੰਘ ਜੀ ਵੀ ਆਪਣੀ ਜ਼ਿੰਦਗੀ 'ਚ ਇਹ ਅਫਸੋਸ ਨਾਲ ਲੈ ਕੇ ਚਲੇ ਗਏ। ਹੁਣ PT ਊਸ਼ਾ ਵੀ ਜਿਹੜੀ ਮਤਲਬ 200ਵੇਂ ਹਿੱਸੇ ਦੇ ਨਾਲ ਪਿੱਛੇ ਰਹਿ ਗਈ ਸੀ, ਚੌਥੇ ਨੰਬਰ ਤੇ ਰਹਿ ਗਈ। ਉਹ ਕਿਤੇ ਨਾ ਕਿਤੇ ਜਦੋਂ ਇਦਾਂ ਦੀ ਜਗ੍ਹਾ ਤੇ ਅਸੀਂ ਪਿੱਛੇ ਰਹਿੰਦੇ ਆ ਨਾ, ਤੇ ਐਥਲੀਟ ਨੂੰ ਮਤਲਬ ਸਾਰੀ ਉਮਰ ਉਹ ਘੁਣ ਮੰਗ ਖਾਂਦੀ ਆ ਚੀਜ਼ ਕਿ ਮੈਂ ਆਪਣੇ ਇੱਕ ਪਰਸਨਲ ਤਾਂ ਹੁੰਦੀ ਆ, ਪਰ ਜਦੋਂ ਆਪਣੇ ਦੇਸ਼ ਦੇ ਝੰਡੇ ਨੂੰ ਉੱਤੇ ਲਹਿਰਾਉਣਾ ਹੁੰਦਾ ਨਾ, ਉਹ ਤੁਹਾਨੂੰ ਵੀ ਮਤਲਬ ਇੱਕ ਦਿਲ 'ਚ ਖੁਆਇਸ਼ ਰਹਿ ਜਾਂਦੀ। ਜਦੋਂ ਤੁਸੀਂ ਬਾਕੀ ਐਥਲੀਟਾਂ ਨੂੰ ਦੇਖਦੇ ਆ ਕਿ ਉਹ ਜਿੱਤਦੇ ਆ ਤਾਂ ਉਹਨਾਂ ਦੇ ਦੇਸ਼ ਦਾ ਝੰਡਾ ਉੱਤੇ ਜਾਂਦਾ, ਤੇ ਉਹ ਲੱਗਦਾ ਕਿ ਮੈਂ ਕਰ ਸਕਦਾ ਸੀ, ਤੇ ਸਿਰਫ ਇਸ ਚੀਜ਼ਾਂ ਕਰਕੇ ਰਹਿ ਗਿਆ। ਅੱਛਾ ਕੋਚ ਸਾਹਿਬ, ਇਹ ਮੈਟ ਤਾਂ ਇੱਥੇ ਵਿਛ ਗਿਆ, ਇਹ ਟਰੈਕ ਤਾਂ ਇੱਥੇ ਲਗਭਗ ਤਿਆਰ ਹੋ ਗਿਆ, ਲਾਈਨਿੰਗ ਰਹਿ ਗਈ ਹੈ। ਇੱਥੇ ਜਿੱਦਾਂ ਉਹ ਚੱਕਰ ਬਣੇ ਹੋਏ ਨੇ, ਉੱਥੇ ਗੋਲਾ ਸੁੱਟਣ ਲਈ ਮੈਨੂੰ ਲੱਗਦਾ ਸ਼ਾਇਦ ਆ ਪਿੱਛੇ ਲੌਂਗ ਜੰਪ ਤੇ ਲਈ ਹੈਗੀਆਂ। ਨਹੀਂ ਲੌਂਗ ਜੰਪ ਨਹੀਂ ਜੀ, ਇਹ ਸਟ੍ਰਿਪਲ ਚੇਜ਼ ਆ। ਇਹਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ, ਇਹਦੇ ਨਾਲ ਬੱਲੀ ਲੱਗਦੀ ਆ, ਹਡਲਸ ਲੱਗਦੀ ਆ। ਇਹਦੇ ਵਿੱਚੋਂ ਟੱਪ ਕੇ ਪਾਣੀ ਦੇ ਵਿੱਚੋਂ ਫਿਰ ਹਡਲਸ ਵਿੱਚ ਅੱਗੇ ਵੀ ਲੱਗਦੀਆਂ ਬੱਲੀਆਂ, ਉਹ ਬੱਲੀਆਂ ਟੱਪ ਕੇ ਇੱਕ 3 ਕਿਲੋਮੀਟਰ ਦੀ ਰੇਸ ਹੁੰਦੀ ਆ, ਜੋ ਅੱਜ ਹੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਹੋਈ, ਤੇ ਆਪਣਾ ਇੰਡੀਆ ਦਾ ਐਥਲੀਟ 11ਵੇਂ ਸਥਾਨ ਹਾਸਲ ਕੀਤਾ ਵਰਲਡ ਦੇ ਵਿੱਚੋਂ। ਤੇ ਇਹ ਕਿਹੜੀ ਗੇਮ ਇੱਥੇ ਹੋਊਗੀ ਹੁਣ ਹੋਇਆ ਕਰੇਗੀ, ਕਿਉਂਕਿ ਆਮ ਲੋਕਾਂ ਨੂੰ ਨੋਰਮਲ ਐ ਲੱਗਦਾ ਕਿ ਇਹ ਸਿਰਫ ਦੌੜਨ ਵਾਲਾ ਹੀ ਟਰੈਕ ਹੈਗਾ। ਹਾਂਜੀ, ਇਹਦੇ ਵਿੱਚ ਜਿੱਦਾਂ ਥਰੋਇੰਗ ਦੇ ਵਿੱਚ ਲੈ ਲਓ ਤੁਸੀਂ, ਡਿਸਕਸ ਥਰੋ, ਸ਼ਾਰਟ ਪੁੱਟ, ਹੈਮਰ ਥਰੋ, ਜੈਵਲਿਨ,
ਤੇ ਜੰਪਾਂ ਦੇ ਵਿੱਚ ਲੌਂਗ ਜੰਪ, ਟ੍ਰਿਪਲ ਜੰਪ, ਹਾਈ ਜੰਪ ਹਨਾ ਇਹ ਹੋ ਜਾਣਗੇ। ਫਿਰ ਇੱਕ ਇਵੈਂਟ ਬਾਕੀ ਰੇਸਿਸ ਦੇ ਵਿੱਚੋਂ ਆ ਗਈਆਂ, ਅੜਿੱਕਾ ਦੌੜਾਂ ਵੀ ਆ ਜਾਂਦੀਆਂ, ਫਲੈਟ ਰੇਸਿਸ ਵੀ ਆ ਜਾਂਦੀਆਂ ਆ, ਜਿਹੜੀਆਂ ਹਰਡਲਸ ਵਾਲੀਆਂ ਹੁੰਦੀਆਂ ਹਨਾ। ਇਸ ਤੋਂ ਇਲਾਵਾ ਇਹਦੇ ਵਿੱਚ ਰਿਲੇ ਰੇਸਿਸ ਹੋ ਜਾਂਦੀਆਂ ਆ। ਇਸ ਤੋਂ ਇਲਾਵਾ ਇੱਕ ਐਥਲੈਟਿਕਸ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿੱਦਾਂ ਦਾ ਇਵੈਂਟ ਹੈ ਜਿਹੜੇ ਇੱਕ ਬੰਦੇ ਨੂੰ 10 ਇਵੈਂਟ ਕਰਨੇ ਪੈਂਦੇ ਆ ਤੇ ਕੁੜੀਆਂ ਦੇ ਵਿੱਚ 7 ਇਵੈਂਟ ਕਰਨੇ ਪੈਂਦੇ। ਉਹਨੂੰ ਹੈਪਟਾ ਕਹਿੰਦੇ ਤੇ ਇੱਕ ਡੈਕੈਥਲਨ ਕਹਿੰਦੇ। ਉਹ ਵੀ ਇਵੈਂਟ ਆ ਕਿ ਉਹ 2 ਦਿਨ ਚੱਲਦਾ। ਫਿਰ ਜਿਹੜੀ ਉਹਦੀ ਪਰਫਾਰਮੈਂਸ ਹੁੰਦੀ ਉਹਦੇ ਹਿਸਾਬ ਨਾਲ ਉਹਨੂੰ ਨੰਬਰ ਦਿੱਤੇ ਜਾਂਦੇ ਆ। ਤੇ ਵੈਸੇ ਵੀ ਮਦਰ ਆਫ ਗੇਮਸ ਐਥਲੈਟਿਕਸ ਨੂੰ ਕਿਹਾ ਗਿਆ ਆ ਕਿਉਂਕਿ ਬੜੀ ਜਾਨ ਦੀ ਗੇਮ ਆ ਕਿ ਹਰੇਕ ਜਿਹੜਾ ਵੀ ਕਿਸੇ ਗੇਮ 'ਚ ਵੀ ਫਿੱਟ ਹੋਵੇ ਨਾ, ਜਿੱਦਾਂ ਬਾਸਕਟਬਾਲ ਖੇਡਦੇ ਆ ਜਾਂ ਫੁੱਟਬਾਲ, ਉਹਨੂੰ ਵੀ ਕਹਿੰਦੇ ਕਿ ਐਥਲੀਟ ਆ। ਤੇ ਇਸ ਕਰਕੇ ਇੱਕ ਰਨਰ ਆ ਜਿਹੜਾ ਉਹ ਫੁੱਟਬਾਲਰ ਵੀ ਬਣ ਸਕਦਾ, ਇੱਕ ਫੁੱਟਬਾਲਰ ਰਨਰ ਵੀ ਬਣ ਸਕਦਾ। ਪਰ ਸਭ ਤੋਂ ਪਹਿਲੇ ਐਥਲੈਟਿਕਸ ਦੀਆਂ ਐਕਸਰਸਾਈਜ਼ਾਂ ਤੇ ਐਥਲੀਟ ਹੋਣਾ ਜ਼ਰੂਰ, ਕਿਉਂਕਿ ਜਿਹੜਾ ਤੇਜ਼ ਭੱਜਦਾ ਉਹੀ ਫੁੱਟਬਾਲ ਵਧੀਆ ਖੇਡ ਸਕਦਾ, ਉਹੀ ਬਾਸਕਟਬਾਲ ਵਧੀਆ ਖੇਡ ਸਕਦਾ। ਤੇ ਉਹੋ ਹੀ ਸਾਡੇ ਅੱਗੇ ਜੀਨਸ ਨੂੰ ਮੈਂ ਤਾਂ ਇਹ ਕਹਿੰਦਾ ਕਿ ਸਾਨੂੰ ਜਿੱਥੇ ਮੈਡਲ ਜਿੱਤਣਾ ਉਹਨਾਂ ਜ਼ਰੂਰੀ ਨਹੀਂ, ਜਿੱਥੇ ਸਾਡੇ ਬੱਚਿਆਂ ਦਾ ਖੇਡਣਾ ਜ਼ਰੂਰੀ ਆ। ਕਿਉਂਕਿ ਜੇ ਅਸੀਂ ਦੇਖਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜੋ ਪੈਰਾਮੀਟਰ ਸੀ ਮਿਲਟਰੀ ਫੋਰਸ ਦੇ ਜਾਂ ਫੋਰਸਿਸ ਦੇ, ਉਹਨਾਂ ਨੂੰ ਮਤਲਬ ਉਹਨਾਂ ਦੇ ਵਿੱਚ ਰਿਲੈਕਸੇਸ਼ਨ ਦੇਣੀ ਪਈ, ਕਿਉਂਕਿ ਇਹਦਾ ਮਤਲਬ ਸਾਡਾ ਸਤਰ ਡਿੱਗਦਾ ਜਾ ਰਿਹਾ ਹੈ ਨਾ। ਤੇ ਇਹ ਸਾਨੂੰ ਕਿਤੇ ਨਾ ਕਿਤੇ ਸਪੋਰਟਸ ਦੀਆਂ ਗਰਾਊਂਡਾਂ ਤਿਆਰ ਕਰਨੀਆਂ ਪੈਣਗੀਆਂ, ਸਪੋਰਟਸ ਦੇ ਵਿੱਚ ਲੋਕਾਂ ਨੂੰ ਲੈ ਕੇ ਆਉਣਾ ਪਏਗਾ, ਉਹਨਾਂ ਨੂੰ ਇਸ ਹਿਸਾਬ ਨਾਲ ਉਹਨਾਂ ਨੂੰ ਤਸੱਲੀ ਵੀ ਦੇਣੀ ਪਏਗੀ ਕਿ ਤੁਹਾਡੀ ਅਗਲੀ ਲਾਈਫ ਸਿਕਿਉਰ ਆ, ਤਾਂ ਹੀ ਲੋਕ ਸਪੋਰਟਸ ਦੇ ਵਿੱਚ ਹਿੱਸਾ ਲੈਣਗੇ। ਦੇਖੋ ਪਿਛਲੇ ਕੁਝ ਸਾਲਾਂ ਦੇ ਵਿੱਚ ਕਿਸੇ ਅਸੀਂ ਪਹਿਲੇ ਦੂਜੇ ਸਥਾਨ ਤੇ ਨੈਸ਼ਨਲ ਗੇਮਸ ਦੇ ਵਿੱਚ ਸੀਗੇ। ਹੁਣ 27 ਤਰੀਕ ਤੋਂ ਫਿਰ ਨੈਸ਼ਨਲ ਗੇਮਸ ਆ ਰਹੀਆਂ ਤੇ ਪਿਛਲੀਆਂ ਨੈਸ਼ਨਲ ਗੇਮਸ ਦੇ ਵਿੱਚ ਪੰਜਾਬ ਦਾ 9ਵਾਂ ਸਥਾਨ ਸੀਗਾ। ਤੇ ਆਪਾਂ ਇੱਥੇ ਗੱਲਾਂ ਕਰਦੇ ਕਿ ਪੰਜਾਬੀ ਤਾਕਤ ਦੇ ਨਾਮ ਤੋਂ ਪਛਾਣੇ ਜਾਂਦੇ ਆ, ਪਰ ਜੇ ਉਹ ਕਹਿੰਦੇ ਨਾ ਕਿ ਜੇ ਤੁਸੀਂ ਕੰਮ ਨਾ ਕਰੋ ਤੇ ਸਿਰਫ ਗੱਲਾਂ ਕਰੀ ਜਾਓ ਤੇ ਉਹ ਕਿਤੇ ਨਾ ਕਿਤੇ ਤੁਹਾਡਾ ਸਤਰ ਡਿੱਗਦਾ ਜਾਂਦਾ। ਉਹ ਕਹਿੰਦੇ ਨਾ ਮੰਨਿਆ ਕੋਈ ਬਦਲੀ ਧੁੱਪਾਂ ਰੋਕ ਹੀ ਲੈਂਦੀ ਏ, ਉਹ ਚਾਨਣ ਦੇ ਫੰਭਿਆਂ ਤਾਈਂ ਸੋਕ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਦੇ ਗੁਲਾਮੀ ਗਿੱਝਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ। ਤੇ ਇਹਦੇ ਵਿੱਚ ਇੱਕ ਪੈਰਾ ਆ ਕਿ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ, ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਮੋਮਬੱਤੀ ਦੀ ਲੋਹ ਤੇ ਕੜਾਏ ਰਿੱਝਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ। ਹੁਣ ਮੋਮਬੱਤੀਆਂ ਜਗਾ ਕੇ ਘੱਟ ਮਿਹਨਤ ਕਰੋਗੇ, ਤੁਸੀਂ ਮਿਹਨਤ ਨੂੰ ਭੁੱਲ ਜਾਓਗੇ। ਤੇ ਇਹ ਨਾ ਸੋਚੋ ਕਿ ਸਿਰਫ ਪੰਜਾਬੀ ਹੋਣ ਦੇ ਨਾਤੇ ਕਿਸੇ ਨੇ ਤੁਹਾਨੂੰ ਮੈਡਲ ਫੜਾ ਦੇਣਾ। ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ, ਆਪਣੇ ਸਥਾਨ ਤੇ ਰਹਿਣ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ। ਤੇ ਮੇਰੀ ਗੁਜ਼ਾਰਿਸ਼ ਆ ਕਿ ਨਵੀਂ ਸਰਕਾਰ ਬਣੀ ਆ ਤੇ ਇਹ ਜਜ਼ਬਾ, ਕਿਉਂਕਿ ਭਗਤ ਸਿੰਘ ਦੀ ਫੋਟੋ ਹਰ ਜਗ੍ਹਾ ਤੇ ਲਾਈ ਆ ਉਹਨਾਂ ਨੇ, ਤੇ ਭਗਤ ਸਿੰਘ ਸਾਡੇ ਆਈਕਨ ਆ ਸਾਡੀ ਯੂਥ ਲਈ, ਤੇ ਉਹ ਇਦਾਂ ਦਾ ਜਜ਼ਬਾ ਇਹਨਾਂ ਦੇ ਵਿੱਚ ਪੈਦਾ ਕਰਨ ਤਾਂ ਜੋ ਅਸੀਂ ਫਿਰ ਉਹ 9ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਆ ਸਕੀਏ। ਅੱਛਾ ਕੋਚ ਸਾਹਿਬ, ਇਹ ਹੁਣ ਹੋਰ ਕੀ ਲੱਗਦਾ ਕਿ ਕਿਹੜਾ ਕੰਮ ਇਹਦੇ ਵਿੱਚ ਹੋਣ ਵਾਲਾ? ਇਹਦੇ ਵਿੱਚ ਦੇਖੋ ਟਰੈਕ ਦਾ ਕੰਮ ਤਾਂ ਜਿਹੜਾ ਉਹਨਾਂ ਨੇ ਪੂਰਾ ਟੈਂਡਰ ਦੇ ਵਿੱਚ ਹੋਇਆ ਉਹ ਤਾਂ ਸਾਨੂੰ ਪੂਰਾ ਕਰਕੇ ਦੇਣਗੇ, ਪਰ ਉਸ ਦੇ ਨਾਲ ਜਿੱਦਾਂ ਸਾਡੀ ਇਹ ਵੀ ਇੱਕ ਮੰਗ ਸੀ ਕਿ ਨਾਲ ਇੱਕ ਵਾਰਮ ਅਪ ਟਰੈਕ ਵੀ ਬਣਾ ਦਿੱਤਾ ਜਾਂਦਾ ਤੇ ਚੰਗਾ ਹੁੰਦਾ, ਕਿਉਂਕਿ ਐਮਐਲਏ ਸਾਹਿਬ ਨੂੰ ਵੀ ਅਸੀਂ ਲੈਟਰ ਲਿਖ ਕੇ ਦਿੱਤੀ ਆ ਕਿ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਆ, ਕਿਉਂਕਿ ਜਦੋਂ ਕੋਈ ਤੁਸੀਂ ਨੈਸ਼ਨਲ ਮੀਟ ਕਰਵਾਉਣੀ ਆ ਜਾਂ ਇੰਟਰਨੈਸ਼ਨਲ ਮੀਟ ਕਰਵਾਉਣੀ ਆ, ਉਹ ਤੁਸੀਂ ਅੰਦਰ ਵਾਰਮ ਅਪ ਨਹੀਂ ਕਰ ਸਕਦੇ ਕਿਉਂਕਿ ਅੰਦਰ ਇਵੈਂਟ ਚੱਲ ਰਹੇ ਹੋਣੇ ਆ, ਉਹ ਤੁਹਾਨੂੰ ਵਾਰਮ ਅਪ ਬਾਹਰ ਕਰਨਾ ਪਏਗਾ ਹੈ ਨਾ। ਤੇ ਉਹ ਸਾਡੀ ਗੁਜ਼ਾਰਿਸ਼ ਆ ਕਿ ਬਾਹਰ ਵਾਰਮ ਅਪ ਦੀਆਂ ਸਾਨੂੰ ਭਾਵੇਂ 2 ਲਾਈਨਾਂ ਬਣਾ ਦੇਣ 150-200 ਮੀਟਰ ਦੀਆਂ, ਤਾਂ ਜੋ ਕਿ ਉਹ ਵਾਰਮ ਅਪ ਕਰਕੇ ਐਥਲੀਟ ਅੰਦਰ ਆ ਸਕਣ। ਇਸ ਤੋਂ ਇਲਾਵਾ ਤੁਸੀਂ ਹੁਣ ਪੰਚਕੂਲੇ ਦੇ ਟਰੈਕ ਦੇ ਵਿੱਚ ਦੇਖਿਆ ਕਿ ਉੱਥੇ ਹਿੱਲ ਟ੍ਰੇਨਿੰਗ ਲਈ ਵੀ ਸਿੰਥੈਟਿਕ ਲਗਾ ਦਿੱਤਾ ਗਿਆ, ਕਿਉਂਕਿ ਸਿਰਫ ਤੇ ਸਿਰਫ ਕੰਪੀਟੀਸ਼ਨ ਲਈ ਨਹੀਂ, ਸਾਨੂੰ ਟ੍ਰੇਨਿੰਗ ਲਈ ਟਰੈਕ ਵੀ ਚਾਹੀਦੇ, ਸਾਨੂੰ ਟ੍ਰੇਨਿੰਗ ਲਈ ਫੈਸਿਲਿਟੀ ਵੀ ਚਾਹੀਦੀ ਆ। ਉਹਦੇ ਨਾਲ ਵੇਟ ਟ੍ਰੇਨਿੰਗ ਲਈ ਸਾਨੂੰ ਚੰਗੇ ਹਾਲ ਚਾਹੀਦੇ ਆ, ਚੰਗੇ ਟੈਕਨੋ ਜਿਮ ਚਾਹੀਦੇ ਆ, ਕਿਉਂਕਿ ਉਹੀ ਗੱਲ ਆ ਨਾ, ਜਿੱਥੇ ਅਸੀਂ ਘਾਹ ਦੇ ਉੱਤੋਂ ਇਸ ਟਰੈਕ ਤੇ ਆ ਗਏ, ਉੱਥੇ ਹੀ ਹੁਣ ਦੂਸਰੇ ਵੇਟ, ਜਿੱਥੇ ਦੂਸਰੇ ਵੇਟਾਂ ਦੀ ਆਪਣੀ ਮਹੱਤਤਾ ਆ, ਉੱਥੇ ਮਸ਼ੀਨਾਂ ਦੀ ਵੀ ਆਪਣੀ ਮਹੱਤਤਾ ਆ, ਹੈ ਨਾ। ਬਿਲਕੁਲ। ਅੱਛਾ ਕੋਚ ਸਾਹਿਬ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਜਦੋਂ ਅਸੀਂ ਘਾਹ ਵਾਲੀ ਗਰਾਊਂਡਾਂ ਤੋਂ ਜਾਂ ਘੱਟ ਟੈਕਨੋਲੋਜੀ ਵਾਲੀ ਤੋਂ ਟੈਕਨੋਲੋਜੀ ਵਾਲੇ ਟਰੈਕਾਂ ਤੇ ਜਾਂਦੇ ਹਾਂ, ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਕਈ ਕੰਟਰੀਆਂ ਦੇ ਵਿੱਚ ਤੁਸੀਂ ਕੰਪੀਟੀਸ਼ਨ ਲੜਾਉਣ ਦੇ ਲਈ ਬੱਚਿਆਂ ਨੂੰ ਲੈ ਕੇ ਗਏ, ਤਾਂ ਸਭ ਤੋਂ ਵੱਡੀ ਦਿੱਕਤ ਕੀ ਹੁੰਦੀ ਸੀਗੀ ਬੱਚਿਆਂ ਨੂੰ? ਹਾਂ ਇਹੀ ਆ, ਹੁਣ ਜਿੱਦਾਂ ਇਹ ਟਰੈਕ ਆ ਇੱਕ ਟੈਕਨੋਲੋਜੀ ਦਾ ਟ੍ਰੇਨਿੰਗ ਟਰੈਕ ਆ, ਹੁਣ ਜਿਹੜੀਆਂ ਬਾਹਰਲੀਆਂ ਕੰਟਰੀਆਂ 'ਚ ਤਾਂ ਇਸ ਤੋਂ ਵੀ ਵਧੀਆ ਟੈਕਨੋਲੋਜੀਆਂ ਹੋਰ ਵੀ ਆ ਚੁੱਕੀਆਂ, ਜਿੱਦਾਂ ਮੋਂਡੋ ਟਰੈਕ ਆ, ਉਹ ਤਾਂ ਇੱਕ ਮੈਟ ਵਿਛਾ ਦਿੰਦੇ ਆ ਤੇ ਉਹ ਮੈਟ ਵਿਛਾ ਕੇ ਵਾਰਮ ਅਪ ਟਰੈਕ ਵੀ ਬਣਾ ਦਿੰਦੇ, ਸਭ ਕੁਝ ਬਣਾ ਦਿੰਦੇ ਆ। ਉਸ ਤੋਂ ਇਲਾਵਾ ਉੱਥੇ ਇੱਕ ਹੋਰ ਚੀਜ਼ ਦੇਖੀ ਆ ਕਿ ਜਿੱਦਾਂ ਆਪਣੇ ਇੱਥੇ ਦੇਖਿਆ ਜਾਂਦਾ ਕਿ ਇੱਥੇ 400 ਮੀਟਰ ਦਾ ਟਰੈਕ ਬਣੂਗਾ, ਆਪਾਂ ਤਾਂ ਹੀ ਉੱਥੇ ਕੰਮ ਸ਼ੁਰੂ ਕਰਦੇ ਆ। ਉਹਨਾਂ ਕੋਲ ਜੇ 300 ਮੀਟਰ ਦੀ ਗਰਾਊਂਡ ਆ, ਉਹਨਾਂ ਨੇ 300 ਮੀਟਰ ਦੀ ਗਰਾਊਂਡ ਦੇ ਵਿੱਚ ਹੀ ਟਰੈਕ ਬਣਾ ਦੇਣਾ, ਕਿਉਂਕਿ ਬੱਚੇ ਕਮ ਸੇ ਕਮ ਉਸ ਸਰਫਸ ਤੇ ਖੇਡਣ ਤਾਂ ਸਹੀ, ਉਹ ਸਰਫਸ ਤੇ ਖੇਡਣਗੇ। ਕਿਉਂਕਿ ਮੈਨੂੰ ਲੱਗਦਾ ਜਦੋਂ 1984 ਦੀਆਂ ਏਸ਼ੀਅਨ ਗੇਮਸ ਹੋਈਆਂ ਤੇ ਜਿਹੜਾ ਪਟਿਆਲੇ ਜਦੋਂ ਆਪਣੀ ਇੰਡੀਅਨ ਟੀਮ ਨੇ ਜਿਹੜੀ ਟ੍ਰੇਨਿੰਗ ਕੀਤੀ, ਉੱਥੇ 3 ਲਾਈਨਾਂ ਦਾ ਟਰੈਕ ਸੀਗਾ, ਹੈ ਨਾ, ਤੇ ਉਹਦੇ ਵਿੱਚ ਹੀ ਟ੍ਰੇਨਿੰਗ ਕਰਕੇ ਬੜੇ ਮੈਡਲ ਵੀ ਲਏ ਆ। ਤੇ ਠੀਕ ਆ, ਇਹ ਫੈਸਿਲਿਟੀ ਹੋਣੀ ਚਾਹੀਦੀ ਆ, ਨੇੜੇ ਹੋਣੀ ਚਾਹੀਦੀ ਆ, ਲਾਗੇ ਹਰੇਕ ਬੰਦੇ ਦੀ ਹੋਣੀ ਚਾਹੀਦੀ। ਹੁਣ ਮਾਲਵੇ ਦੇ ਵਿੱਚ 8 ਟਰੈਕ ਆ,
ਹਨਾ, ਤੇ ਨੌਵਾਂ ਬਣ ਰਿਹਾ ਫਿਰੋਜ਼ਪੁਰ ਵਾਲਾ, ਤੇ ਦੁਆਬੇ ਦੇ ਵਿੱਚ ਇੱਕ ਹੀ ਟਰੈਕ ਆ, ਮਾਝੇ ਦੇ ਵਿੱਚ ਇੱਕ ਤਰਨਤਾਰਨ ਵਾਲਾ ਟਰੈਕ ਆ, ਹਨਾ। ਤੇ ਮਤਲਬ ਹਿਸਾਬ ਲਾ ਲਓ ਕਿ ਇਹ ਜ਼ਿਆਦਾ ਹੋਣੇ ਚਾਹੀਦੇ। ਮੈਂ ਤਾਂ ਕਹਿੰਦਾ ਸਕੂਲ ਦੇ ਵਿੱਚ ਹੋਣਾ ਚਾਹੀਦਾ, ਤਾਂ ਜੋ ਸਾਡੇ ਐਥਲੀਟ, ਸਾਡੇ ਬੱਚੇ ਸਪੋਰਟਸ ਵੱਲ ਪ੍ਰੇਰਿਤ ਹੋਣ ਚਾਹੀਦੇ। ਕਹਿੰਦੇ ਜੋ ਦਿਖਤਾ ਹੈ ਉਹ ਵਿਕਤਾ ਹੈ, ਹਨਾ। ਤੇ ਜੇ ਤੁਹਾਨੂੰ ਠੇਕੇ ਦਿਖਣਗੇ ਤੇ ਠੇਕੇ ਦੇ ਸਾਡਾ ਦਿਲ ਕਰੂਗਾ ਕਿ ਹਾਂ ਰੋਕ ਕੇ ਲੈ ਲਈਏ ਬੋਤਲ। ਤੇ ਜੇ ਸਿਗਰਟ ਦੀ ਦੁਕਾਨਾਂ ਹੋਣਗੀਆਂ ਉਹ ਵਿਕਣ ਲੱਗ ਪੈਣਗੀਆਂ। ਤੇ ਜੇ ਸਾਡੇ ਕੋਲ ਗਰਾਊਂਡਾਂ ਹੋਣਗੀਆਂ, ਇੱਦਾਂ ਜਾਲੀਆਂ ਲੱਗੀਆਂ ਹੋਣੀਆਂ ਚਾਹੀਦੀਆਂ। ਮੈਂ ਤਾਂ ਕਹਿੰਦਾ ਏਡੇ ਏਡੇ ਵੱਡੇ ਸਟੇਡੀਅਮ ਹੋਣੇ ਨਹੀਂ ਚਾਹੀਦੇ, ਜਿੱਦਾਂ ਬਹੁਤ ਵਧੀਆ ਜਾਲੀ ਲੱਗੀ ਕਿ ਬੱਚੇ ਦੇਖਣ, ਇਹਦੀ ਐਡ ਹੋਣੀ ਚਾਹੀਦੀ ਆ, ਬੋਰਡ ਲੱਗਣੇ ਚਾਹੀਦੇ ਆ ਕਿ ਉੱਥੇ ਤੁਸੀਂ ਜਾ ਕੇ ਟ੍ਰੇਨਿੰਗ ਕਰ ਸਕਦੇ। ਇਹਦੇ ਬੈਨੀਫਿਟਸ ਕੀ ਆ ਸਾਨੂੰ ਦੱਸਣੇ ਪੈਣੇ ਬੱਚਿਆਂ ਨੂੰ। ਮੈਂ ਤਾਂ ਇਹ ਕਹਿੰਦਾ ਕਿ 100 ਕਿਲੋ ਦੀ ਬੋਰੀ ਚੱਕਦੇ ਹੁੰਦੇ ਸੀ, ਹੁਣ 40 ਕਿਲੋ ਦੀ ਰਹਿ ਗਈ ਆ। ਅੱਛਾ, ਆਮ ਤੌਰ ਤੇ ਸਵਾਲ ਉੱਠਦਾ, ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਹੁਣ ਖਿਡਾਰੀ ਨਹੀਂ ਨਿਕਲਦੇ। ਇਹ ਵੀ ਤਰਕ ਦਿੰਦੇ ਖਿਡਾਰੀ, ਕਹਿੰਦੇ ਨੇ ਕਿ ਜਦੋਂ ਕੰਪੀਟੀਸ਼ਨ ਨੇੜੇ ਆ ਜਾਂਦਾ ਤਾਂ ਕਹਿੰਦੇ ਉਦੋਂ ਯਾਦ ਆਉਂਦਾ, ਇਨਫਰਾਸਟ੍ਰਕਚਰ ਉਦੋਂ ਬਣਨਾ ਸ਼ੁਰੂ ਹੁੰਦਾ, ਉਦੋਂ ਕਹਿੰਦੇ ਪਹਿਲਾਂ ਤਿਆਰੀ ਨਹੀਂ ਕੀਤੀ ਜਾਂਦੀ। ਤੁਸੀਂ ਮੰਨਦੇ ਹੋ ਵਾਕਈ ਇਹ ਗੱਲ ਹੈਗੀ ਹੈ? ਹਾਂ ਦੇਖੋ ਜੀ, ਇਹ ਤਾਂ ਹੈਗਾ ਹੀ ਹੈਗਾ। ਅਸੀਂ ਸ਼ਾਰਟ ਟਰਮ ਪਲਾਨ ਲੈ ਕੇ ਚੱਲਦੇ। ਅਸੀਂ ਹਮੇਸ਼ਾ ਇਹ ਸੋਚਦਾ ਕਿ 5 ਸਾਲ ਬਾਅਦ ਕੀ ਹੋਊਗਾ, 2 ਸਾਲ ਬਾਅਦ ਕੀ ਹੋਊਗਾ, 1 ਸਾਲ ਬਾਅਦ ਕੀ ਕਰਨਾ, 6 ਮਹੀਨੇ ਬਾਅਦ ਕੀ ਕਰਨਾ। ਜਦ ਕਿ ਸਾਨੂੰ ਸੋਚਣਾ ਚਾਹੀਦਾ ਕਿ 20 ਸਾਲ ਬਾਅਦ ਕੀ ਕਰਨਾ, 25 ਸਾਲ ਬਾਅਦ ਕੀ ਕਰਨਾ, 30 ਸਾਲ ਬਾਅਦ ਕੀ ਕਰਨਾ। ਕਿ ਉਹ ਗੱਲਾਂ ਉਹ ਨਾ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਕਸ਼ਾ ਬਣਾਉਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਕਿ ਸਾਨੂੰ ਦੂਰ ਅੰਦੇਸ਼ੀ ਨਾਲ ਸੋਚਣਾ ਪੈਣਾ, ਕਿਉਂਕਿ ਜੀਨਸ ਦੀ ਖੇਡ ਆ, ਸਾਡੇ ਜੀਨਸ ਦੀ ਖੇਡ ਆ। ਸਾਡੇ ਜਿਹੜੇ ਅਸੀਂ ਪੁਰਾਣੇ ਹਥਿਆਰ ਦੇਖਦੇ ਏਡੇ ਏਡੇ ਤਗੜੇ ਲੈ ਕੇ ਚੱਲਦੇ ਸੀ, ਉਹ ਕਈ ਸਦੀਆਂ ਤੱਕ ਉਹ ਸਾਡੀਆਂ ਪੁਸ਼ਤਾਂ ਨੇ ਉਹ ਮਿਹਨਤ ਕੀਤੀ ਹੁੰਦੀ ਸੀ, ਤਾਂ ਜਾ ਕੇ ਉਹ ਜੀਨਸ ਡਿਵੈਲਪ ਹੁੰਦਾ ਸੀ। ਤੇ ਜੇ ਇਹ ਕਾਲੇ ਲੋਕ ਅੱਜ 100 ਜਿੱਤਦੇ ਆ, ਕਈ ਇੱਦਾਂ ਦੇ ਮੁਲਕ ਵੀ ਆ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਸੁਣਿਆ ਹੋਣੀ। 400 ਮੀਟਰ ਰੀਲੇ ਦੇ ਵਿੱਚ ਡੋਮਿਨਿਕਾ ਦੀ ਟੀਮ ਫਸਟ ਆਈ ਆ, ਅਮਰੀਕਾ ਥਰਡ ਆਇਆ, ਹਨਾ, USA ਥਰਡ ਆਇਆ, ਤੇ ਇੱਕ ਹੋਰ ਸੈਕਿੰਡ ਆਈ ਟੀਮ। ਤੇ ਉਹ ਕਿਤੇ ਨਾ ਕਿਤੇ ਉਹ ਹਾਰਡ ਵਰਕ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਚੀਜ਼ ਦਿੰਦਾ ਹੀ ਆ, ਕਿ ਉਹ ਪੈਸਾ ਨਹੀਂ ਦਿੰਦਾ ਕਈ ਵਾਰੀ, ਹਨਾ। ਇਥੋਪੀਆ ਭੁੱਖੇ ਮਰਨ ਡਏ ਆ ਲੋਕ, ਕੀਨੀਆ ਦੇ ਵਿੱਚ ਭੁੱਖੇ ਮਰਨ ਡਏ ਲੋਕ, ਪਰ ਉਹ ਜਿੱਤ ਰਹੇ ਆ ਕਿਉਂਕਿ ਉਹਨਾਂ ਦੇ ਵਿੱਚ ਹਾਰਡ ਵਰਕ ਹੈਗਾ ਆ। ਅੱਛਾ ਜੀ, ਹੁਣ ਟਰੈਕ ਲਗਭਗ ਤਿਆਰ ਹੋ ਹੀ ਚੁੱਕਾ, 15-20 ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਖਿਡਾਰੀ ਇੱਥੇ ਦੌੜਦੇ ਨਜ਼ਰ ਆਉਣਗੇ। ਦੱਸਣੀ ਚਾਹੁੰਦਾ ਕਿ ਜਦੋਂ ਅਫਰੀਕਾ ਦੇ ਵਿੱਚ ਕੈਂਪ ਲੱਗਾ ਨਾ, ਤੇ ਉੱਥੇ ਸਾਡੀ ਇੱਕ ਲੜਕੀ ਸੀਗੀ, ਉਹ ਚੰਗੀ ਐਥਲੀਟ ਰਹੀ ਆ, ਉਹ ਉੱਥੇ ਕੈਂਪ ਦੇ ਵਿੱਚ ਸੀ, ਤੇ ਉੱਥੇ ਉਹ ਬਿਮਾਰ ਪੈ ਗਈ, ਹੈ ਨਾ। ਤੇ ਉਹ ਬਿਮਾਰ ਪੈ ਗਈ ਤੇ ਉਹਨੂੰ ਉੱਥੇ ਹਸਪੀਟਲ ਨਹੀਂ ਮਿਲਿਆ ਕੋਈ, ਤੇ ਉਹ ਇੱਥੇ ਆਈ, ਕਹਿੰਦੇ ਕਿੱਦਾਂ ਦਾ ਮੁਲਕ ਆ, ਉੱਥੇ ਹਸਪੀਟਲ ਨਹੀਂ। ਪਰ ਮੈਂ ਕਿਹਾ ਜੀ ਇਹਨੂੰ ਤੁਸੀਂ ਪੋਜ਼ਿਟਿਵ ਸੋਚੋ, ਤੇ ਇਹਦਾ ਮਤਲਬ ਉੱਥੇ ਬਿਮਾਰ ਹੈ ਨਹੀਂ, ਹਨਾ। ਇੱਥੇ ਹੁਣ ਆਪਾਂ ਜਲੰਧਰ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਹਿ ਦਿੰਦੇ ਹਸਪੀਟਲ ਜ਼ਿਆਦੇ ਆ, ਇਹਦਾ ਮਤਲਬ ਸਾਡੇ ਕੋਲ ਬਿਮਾਰ ਜ਼ਿਆਦੇ ਆ, ਹਨਾ। ਜਿੱਥੇ ਪਾਗਲਖਾਨੇ ਜ਼ਿਆਦੇ ਹੋਣਗੇ ਉੱਥੇ ਪਾਗਲ ਲੋਕ ਜ਼ਿਆਦੇ ਹੋਣਗੇ, ਹਨਾ। ਤੇ ਦੂਸਰੀ ਗੱਲ, ਸਾਨੂੰ ਪੋਜ਼ਿਟਿਵ ਚੀਜ਼ਾਂ ਨੂੰ ਵੀ ਪਹਿਲੀ ਸਾਡੀ ਸੋਚ ਵੀ ਬਦਲਣੀ ਜ਼ਰੂਰੀ ਆ। ਕਿ ਜਿਹੜੇ ਵੀ ਚੈਨਲਸ ਤੁਹਾਡੇ ਚੱਲਦੇ ਆ, ਮੈਂ ਉਹਨਾਂ ਨੂੰ ਵੀ ਮਤਲਬ ਦਰਖਾਸਤ ਕਰਦਾ ਕਿ ਪੋਜ਼ਿਟਿਵ ਚੀਜ਼ਾਂ, ਜੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਂਦੇ ਉਹਨਾਂ ਨੂੰ ਦਿਖਾਇਆ ਜਾਣਾ ਚਾਹੀਦਾ। ਜੇ ਸਾਡੀਆਂ ਗਰਾਊਂਡਾਂ ਆ ਉਹਨਾਂ ਨੂੰ ਤੁਸੀਂ ਦਿਖਾਉਣਾ ਹੈ, ਬੜੀ ਮਿਹਰਬਾਨੀ ਤੁਹਾਡੀ, ਕਿ ਗਰਾਊਂਡਾਂ ਨੂੰ ਦਿਖਾਉਣਾ ਚਾਹੀਦਾ। ਜੇ ਅਸੀਂ ਪੋਜ਼ਿਟਿਵ ਚੀਜ਼ਾਂ ਨੂੰ ਅੱਗੇ ਲਿਆਵਾਂਗੇ, ਤੇ ਮੈਨੂੰ ਲੱਗਦਾ ਕਿ ਅਸੀਂ ਮਤਲਬ ਪੰਜਾਬੀਆਂ ਦਾ ਸਾਡਾ ਜੀਨਸ ਥੋੜ੍ਹਾ ਜਿਹਾ ਕੋਸ਼ਿਸ਼ ਕਰਦੇ ਕਿ ਉਹ ਬੱਦਣੀ ਨੇ ਧੁੱਪ ਥੋੜ੍ਹੀ ਜਿਹੀ ਰੋਕੀ ਆ, ਪਰ ਜੇ ਅਸੀਂ ਕਰਾਂਗੇ ਤਾਂ ਫਿਰ ਉਸੇ ਤਰ੍ਹਾਂ ਅਸੀਂ ਜਿੱਤ ਪਾਵਾਂਗੇ ਤੇ ਜਿੱਤ ਸਕਦੇ ਹਾਂ। ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਇੱਦਾਂ ਦੀਆਂ ਕਿ ਸਾਡੇ ਪੁਰਖਿਆਂ ਦੇ ਜਿਹੜਾ ਹਿਸਟਰੀ ਸਾਡੇ ਕੋਲ ਆ ਬਹੁਤ ਵਧੀਆ। ਅੱਛਾ, ਇਹ ਜਿੱਦਾਂ ਖਿਡਾਰੀ ਹੈਗੇ ਨੇ, ਵਾਕਈ ਉਤਸ਼ਾਹ ਨਜ਼ਰ ਆ ਰਿਹਾ ਕਿ ਇਹਦੇ ਨਾਲ ਹੁਣ ਕਾਫੀ ਫਰਕ ਪਏਗਾ। ਜਿਹੜੇ ਸਵਾਲ ਉੱਠਦੇ ਸੀਗੇ ਪਹਿਲਾਂ, ਉਹ ਚੀਜ਼ਾਂ ਖਤਮ ਹੋਣਗੀਆਂ ਹੁਣ। ਸਰ, ਜਿੱਦਾਂ ਲੋਕ ਤੀਰਥ ਸਥਾਨਾਂ ਤੇ ਜਾਂਦੇ ਆ ਨਾ, ਇੱਦਾਂ ਰੋਜ਼ ਦੇ ਇੱਥੇ ਖਿਡਾਰੀ ਪੁੱਛਣ ਆਉਂਦੇ ਕਿ ਗਰਾਊਂਡ ਤਿਆਰ ਕਦੋਂ ਹੋਊਗੀ। ਨਾਲੇ ਮੱਥਾ ਟੇਕ ਕੇ ਜਾਂਦੇ ਆ, ਤੇ ਨਾਲੇ ਪੁੱਛਦੇ ਆ। ਇੰਨੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਇਸ ਚੀਜ਼ ਦਾ, ਕਿਉਂਕਿ ਬੜੀ ਦੂਰ ਜਾ ਕੇ ਐਥਲੀਟਾਂ ਨੂੰ ਟ੍ਰੇਨਿੰਗ ਕਰਨੀ ਪੈ ਰਹੀ ਆ। ਜੇ ਤੁਸੀਂ ਅੱਜ ਬਹਿ ਜਾਓ ਨਾ, ਸ਼ਾਮ ਨੂੰ ਇੱਥੇ ਬੜੇ ਲੋਕ ਮੱਥਾ ਟੇਕਣ ਵੀ ਆਉਣਗੇ, ਤੇ ਇਹ ਵੀ ਪੁੱਛਣ ਆਉਣਗੇ ਕਿ ਕਿੰਨਾ ਟਾਈਮ ਰਹਿ ਗਿਆ। ਤੇ ਮੇਰੀ ਵੀ ਸਰਕਾਰ ਨੂੰ ਦਰਖਾਸਤ ਆ ਕਿ ਨੈਸ਼ਨਲ ਗੇਮ ਆ ਰਹੀ ਆ, ਅੱਗੇ ਏਸ਼ੀਅਨ ਗੇਮਾਂ ਵੀ ਆ, ਇਹ ਇਸ ਨੂੰ ਆਪਣੇ ਸਪੈਸ਼ਲ ਧਿਆਨ ਦਿੰਦੇ ਹੋਏ ਤੇ ਜਲਦੀ ਤੋਂ ਜਲਦੀ ਇਹਨੂੰ ਤਿਆਰ ਕੀਤਾ ਜਾਵੇ। ਬਿਲਕੁਲ, ਵਾਕਈ ਇਹਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ। ਤਾਂ ਇਹਦੀ ਵੱਡੀ ਐਗਜ਼ਾਮਪਲ ਇੱਕ ਹੋਰ ਕੋਚ ਸਾਹਿਬ ਸਾਡੇ ਕੋਲ ਹੈਗੇ ਨੇ, ਕਿਉਂਕਿ ਇਹ ਇਸੇ ਕਾਲਜ ਤੋਂ ਪੜ੍ਹੇ ਹੈਗੇ ਨੇ, ਤੇ ਇੱਥੇ ਲੰਬੇ ਸਮੇਂ ਤੋਂ ਜਿਹੜੇ ਨੇ ਇੱਥੇ ਕੋਚਿੰਗ ਵੀ ਦੇ ਰਹੇ ਨੇ। ਤਾਂ ਸਭ ਤੋਂ ਵੱਡਾ ਬਦਲਾਅ ਮੈਨੂੰ ਲੱਗਦਾ ਕਿ ਤੁਸੀਂ ਦੇਖਿਆ ਹੋਣਾ, ਕਿੱਥੇ ਪਹਿਲਾਂ ਸੰਘਰਸ਼ ਕਰਨਾ ਪੈਂਦਾ ਸੀਗਾ 96 ਦਾ, ਜਿੱਦਾਂ ਹੈਪੀ ਭਾਜੀ ਨੇ ਦੱਸਿਆ ਕਿ ਉਦੋਂ ਦਾ ਬਣਿਆ ਟਰੈਕ ਸੀਗਾ, ਖਤਮ ਹੋ ਗਿਆ ਸੀਗਾ, ਤਾਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਿਲਕੁਲ ਤੁਹਾਡੀ ਗੱਲ ਠੀਕ ਆ। ਤੁਸੀਂ ਗੱਲ ਕੀਤੀ ਆ ਕਿ ਇਸ ਟਰੈਕ ਦੀ 96 ਤੋਂ ਬਣਿਆ, ਪਰ ਇਸ ਤੋਂ ਪਹਿਲਾਂ ਵੀ ਜਦੋਂ ਇਹ ਟਰੈਕ ਬਣਿਆ ਸੀ, ਉਸ ਤੋਂ ਪਹਿਲਾਂ ਸੀ ਟਰੈਕ ਦੂਸਰਾ, ਜਿਹਨੂੰ ਆਪਾਂ ਗਰਾਸੀ ਟਰੈਕ ਕਹਿੰਦੇ ਆ ਜੀ। ਅੱਛਾ, ਜਦੋਂ ਐਕਚੁਅਲੀ ਇਹ ਕਾਲਜ ਬਣਿਆ ਆ, ਏਸ਼ੀਆ ਦਾ ਇੱਕ ਪਹਿਲਾ ਕਾਲਜ ਸੀ ਜਿਹੜਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਨੇ ਬਣਾਇਆ ਸੀ ਜੀ।
ਵੱਖਰੀ ਕਿਸਮ ਦਾ ਕਾਲਜ ਸੀ। ਉਹਦਾ ਕਾਲਜ ਇਸ ਵੱਖਰੀ ਕਿਸਮ ਦਾ ਇਵੇਂ ਸੀ ਕਿ ਇਹਦੇ ਵਿੱਚ ਜਿਹੜੇ ਸਟੂਡੈਂਟ ਹੁੰਦੇ ਸਨ ਉਹ ਰਹਿੰਦੇ ਸਨ, ਉਹਨਾਂ ਨੂੰ ਬੋਰਡਿੰਗ ਔਰ ਲੌਜਿੰਗ, ਕੋਚਿੰਗ, ਐਵਰੀਥਿੰਗ ਇਜ਼ ਫ੍ਰੀ। ਹਰ ਇੱਕ ਚੀਜ਼ ਇਹਨਾਂ ਨੂੰ ਫ੍ਰੀ ਹੁੰਦੀ ਸੀ। ਇਸ ਕਿਸਮ ਦਾ ਵੱਖਰੀ ਕਿਸਮ ਦਾ ਕਾਲਜ ਸੀ। ਔਰ ਥਰੂ ਆਊਟ ਇੰਡੀਆ ਦੇ ਵਿੱਚੋਂ ਇੱਥੇ ਜਿਹੜੇ ਸਨ ਸਟੂਡੈਂਟ ਹੁੰਦੇ ਸਨ ਉਹ ਦਰਸ਼ਨੀ ਜਵਾਨ ਹੁੰਦੇ ਸਨ। ਇੱਥੋਂ ਜਿਹੜਾ ਐਡਮਿਸ਼ਨ ਲੈ ਜਾਂਦਾ ਸੀ ਤੇ ਉਹ ਸਮਝੋ ਕਿ ਇੱਥੋਂ ਆਫੀਸਰ ਹੀ ਬਣ ਕੇ ਨਿਕਲਦਾ ਹੁੰਦਾ ਸੀ। ਇਸ ਵੇਲੇ ਔਰ ਇਸ ਤੋਂ ਪਹਿਲਾਂ ਜਿੰਨੇ ਵੀ ਉੱਪਰਲੇ ਲੈਵਲ ਦੇ ਭਾਵੇਂ ਉਹ ਕੋਈ ਵੀ ਡਿਪਾਰਟਮੈਂਟ ਹੋਵੇ, ਉਹ ਜਿਹੜੇ ਸਟੂਡੈਂਟ ਸਨ ਉਹ ਤਕਰੀਬਨ ਸਾਡੇ ਕਾਲਜ ਦੇ ਇੱਥੋਂ ਦੇ ਸਨ ਮੋਸਟਲੀ ਸਟੂਡੈਂਟ। ਭਾਵੇਂ ਉਹ ਪੁਲਿਸ ਡਿਪਾਰਟਮੈਂਟ ਹੋਵੇ, ਭਾਵੇਂ ਰੇਲਵੇ ਹੋਵੇ, ਭਾਵੇਂ CRPF ਹੋਵੇ, ਭਾਵੇਂ ਕਸਟਮ ਹੋਵੇ, ਕੋਈ ਵੀ ਡਿਪਾਰਟਮੈਂਟ ਹੋਵੇ, ਉਹ ਸਾਡੇ ਸਾਰੇ ਇਸ ਕਾਲਜ ਦੇ ਸਨ। ਔਰ ਉਹ ਜਿਹੜੇ ਸਟੂਡੈਂਟ ਜਿਹੜੇ ਇੱਥੋਂ ਹੋ ਗਏ ਨੇ, ਉਦੋਂ ਇਹ ਟਰੈਕ ਨਹੀਂ ਸੀ ਹੁੰਦਾ, ਉਦੋਂ ਦੂਸਰਾ ਟਰੈਕ ਹੁੰਦਾ ਸੀ ਸਾਡੇ ਤੋਂ, ਗ੍ਰਾਸੀ ਟਰੈਕ, ਰਾਈਟ। ਔਰ ਇਹ ਹੁੰਦਾ ਸੀ ਕਿ ਉਦੋਂ ਬੱਚੇ ਮਿਹਨਤੀ ਹੁੰਦੇ ਸਨ, ਉਹਨਾਂ ਦਾ ਕੋਈ ਟਾਰਗੇਟ ਹੁੰਦਾ ਸੀ, ਇੱਧਰ ਉੱਧਰ ਕੋਈ ਧਿਆਨ ਨਹੀਂ ਸੀ ਹੁੰਦਾ। ਤੇ ਇਸ ਕਰਕੇ ਉਹਨਾਂ ਦਾ ਇੱਕ ਵੱਡਾ ਕਾਰਨ ਇਹ ਹੁੰਦਾ ਸੀ ਕਿ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਸੀ। ਜਿਵੇਂ ਜਿਵੇਂ ਅੱਗੇ ਤੋਂ ਫੈਸਿਲਿਟੀਜ਼ ਵੱਧਦੀਆਂ ਗਈਆਂ, ਸਾਡੇ ਇੰਟਰਸਟ ਘਟਦੇ ਗਏ। ਯਾਨੀ ਕਿ ਇਹ ਹੁਣ ਟਰੈਕ ਬਣ ਗਿਆ ਤੇ ਦੁਬਾਰਾ ਤੋਂ ਜਿਹੜਾ ਉਹ ਕਾਫੀ ਫਰਕ ਪਏਗਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂ ਨਹੀਂ ਪਏਗਾ ਜੀ। ਹੁਣ ਜਦੋਂ ਦਾ 96 ਤੋਂ ਬਾਅਦ ਜਦੋਂ ਇਹ ਟਰੈਕ ਬਣਿਆ ਸੀ, ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਜ਼ਿਆਦਾ ਇੰਟਰਨੈਸ਼ਨਲ ਪਲੇਅਰ ਓਲੰਪੀਅਨ ਨਿਕਲੇ ਨੇ, ਉਹ ਦੂਸਰਿਆਂ ਗਰਾਊਂਡਸ ਤੋਂ ਨਿਕਲੇ ਨੇ। ਇਸ ਤੋਂ ਬਾਅਦ ਜਦੋਂ ਟਰੈਕ ਬਣਿਆ, ਉਸ ਤੋਂ ਬਾਅਦ ਵੀ ਇੰਟਰਨੈਸ਼ਨਲ ਪਲੇਅਰ ਸਾਡੇ ਇਸ ਗਰਾਊਂਡ ਦੇ ਵਿੱਚੋਂ ਬਹੁਤ ਨਿਕਲੇ ਨੇ। ਥਰੋਜ਼ ਦੇ ਵਿੱਚੋਂ ਨਿਕਲੇ ਨੇ, ਜੰਪਸ ਦੇ ਵਿੱਚੋਂ ਨਿਕਲੇ ਨੇ, ਔਰ ਲੌਂਗ ਡਿਸਟੈਂਸ ਦੇ ਵਿੱਚੋਂ ਨਿਕਲੇ ਨੇ, ਸਪ੍ਰਿੰਟਸ ਦੇ ਵਿੱਚੋਂ ਨਿਕਲੇ ਨੇ। ਸੋ ਇਸ ਕਰਕੇ ਟਰੈਕ ਦੀ ਬਦੌਲਤ ਹੈ ਔਰ ਤੁਹਾਡੇ ਹਾਰਡ ਵਰਕ ਦੀ ਬਦੌਲਤ ਹੈ, ਬੱਚਿਆਂ ਦੇ ਟਰਸਟ ਦੀ ਬਦੌਲਤ ਹੈ। ਸਾਡੀ ਐਡਮਿਨਿਸਟ੍ਰੇਸ਼ਨ ਜਿਹੜੇ ਹੈੱਡ ਆਫ ਦੀ ਇੰਸਟੀਟਿਊਸ਼ਨ ਨੇ, ਜਿੰਨਾ ਚਿਰ ਤੱਕ ਉਹ ਨਾ ਸਾਡਾ ਸਾਥ ਦੇਣਗੇ, ਪਲੱਸ ਕੋਚਿਸ ਦਾ ਇੰਟਰਸਟ ਨਹੀਂ, ਪਲੱਸ ਸਟੂਡੈਂਟ ਦਾ ਇੰਟਰਸਟ ਨਹੀਂ, ਆਪਸ ਦੇ ਵਿੱਚ ਤੁਹਾਡਾ ਕੋਆਪਰੇਸ਼ਨ ਨਹੀਂ, ਉਹਨਾਂ ਚਿਰ ਤੱਕ ਆਪਾਂ ਅੱਗੇ ਨਹੀਂ ਵੱਧ ਸਕਦੇ। ਇਸ ਕਰਕੇ ਸਭ ਤੋਂ ਜ਼ਿਆਦਾ ਤੁਹਾਡਾ ਆਪਸ ਦੇ ਵਿੱਚ ਕੋਚਿਸ ਦਾ, ਸਟੂਡੈਂਟ ਦਾ, ਐਡਮਿਨਿਸਟ੍ਰੇਸ਼ਨ ਦਾ, ਸਪੋਰਟ ਡਿਪਾਰਟਮੈਂਟ ਦਾ ਸਾਰਿਆਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਤਾਲਮੇਲ ਹੋਏਗਾ ਤੇ ਤਾਂ ਹੀ ਅਸੀਂ ਅੱਗੇ ਵਧਾਂਗੇ ਔਰ ਤਾਂ ਹੀ ਬੱਚੇ ਜਿਹੜੇ ਸਾਡੇ ਅੱਗੋਂ ਬੈਟਰ ਪਰਫਾਰਮੈਂਸ। ਬਿਲਕੁਲ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਟਰੈਕ ਜਿਹੜਾ ਸਮਾਰਟ ਟਰੈਕ ਹੈਗਾ, ਜਿਹੜਾ ਜਲੰਧਰ ਦੇ ਸਪੋਰਟਸ ਕਾਲਜ ਦੇ ਵਿੱਚ ਲਗਭਗ ਤਿਆਰ ਹੋ ਚੁੱਕਾ ਹੈ। 15-20 ਦਿਨਾਂ ਦੇ ਵਿੱਚ ਜਿਹੜੇ ਨੇ ਖਿਡਾਰੀ ਇੱਥੇ ਦੌੜਦੇ ਨਜ਼ਰ ਆਉਣਗੇ ਤੇ ਬੇਹੱਦ ਹਾਈ ਟੈਕਨੋਲੋਜੀ ਯੂਜ਼ ਕੀਤੀ ਗਈ ਹੈ, ਕਿਉਂਕਿ ਪਹਿਲਾਂ ਹੀ ਕਿਹਾ ਜਾਂਦਾ ਸੀਗਾ ਕਿ ਖਿਡਾਰੀਆਂ ਨੂੰ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸ ਤਰੀਕੇ ਦੇ ਵਧੀਆ ਟੈਕਨੋਲੋਜੀ ਵਾਲੇ ਟਰੈਕ ਨਹੀਂ ਹੁੰਦੇ ਜਿੱਥੇ ਖਿਡਾਰੀ ਟ੍ਰੇਨਿੰਗ ਕਰਦਾ, ਤੇ ਜਦੋਂ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਕੰਪੀਟੀਸ਼ਨ ਲੜਨਾ ਹੁੰਦਾ ਤਾਂ ਉੱਥੇ ਕੋਈ ਹੋਰ ਟੈਕਨੋਲੋਜੀ ਯੂਜ਼ ਹੁੰਦੀ ਹੈ ਜਿਹਦਾ ਖਿਡਾਰੀਆਂ ਨੂੰ ਨੁਕਸਾਨ ਹੁੰਦਾ ਸੀਗਾ। ਪਰ ਹੁਣ ਇਹ ਚੀਜ਼ਾਂ ਨਹੀਂ ਹੋਣਗੀਆਂ। ਹੁਣ ਇੱਥੇ ਵੀ ਬੇਹੱਦ ਟੈਕਨੋਲੋਜੀ ਦੇ ਨਾਲ ਜਿਹੜਾ ਉਹ ਟਰੈਕ ਤਿਆਰ ਹੋ ਚੁੱਕਾ ਤੇ ਖਿਡਾਰੀ ਇੱਥੇ ਖੇਡਣਾ ਸ਼ੁਰੂ ਕਰ ਦੇਣਗੇ ਅਤੇ ਵਧੀਆ ਪਰਫਾਰਮੈਂਸ ਦੀ ਉਮੀਦ ਹੁਣ ਕੀਤੀ ਜਾ ਰਹੀ ਹੈ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ।